खत्री ब्राह्मण सूद वैस सब एकै नाम तरानथ। गुरु नानक उपदेश कहत है, जो सुनै सो पार परानथ। कन हर बूंद बसुअरो मावल, कुसुम बसंत गनंत न आवै। रब सस किरण उदर सागर को, गंग तरंग अंत को पावै। रुद्र ध्यान ज्ञान सतगुर के, कब जन भल उन्ह जो गावै। भले अमरदास गुण तेरे, तेरी उपमा तोहे बन आवे। भले अमरदास गुण तेरे, तेरी उपमा तोहे बन आवे। एक ना नौ नाव बंसे ओन अस तेर हर सती
ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਐ ਸੁਖ ਪਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਭ ਇੱਕੋ ਹੁਕਮ ਵਰਤਦਾ ਮੰਨਿਐ ਸੁਖ ਪਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨਾ ਬੰਧੂ ਨਿਰੰਜਨੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਮਹਾਰਾਜ ਸਾਹਿਬ ਜੀ ਕੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਤੋਂ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗਰੀਬ ਨਿਵਾਜ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ਿਆ। ਤਪਦੇ ਹੋਏ ਸੰਸਾਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਨਾਮ ਬਾਣੀ ਦੁਆਰਾ ਠੰਡ ਵਰਤਾਈ ਹੈ। ਤਪਤ ਮਾਹੇ ਠਾਂਡ ਵਰਤਾਈ ਠੰਡ ਭਇਆ ਦੁੱਖ ਨਾਠੇ ਪਾਈ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਭ ਸੰਸਾਰ ਦੀ ਕਲਿਆਣ ਹਿੱਤ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ। ਅੰਮ੍ਰਿਤ ਬਾਣੀ ਦਾ ਕੀਰਤਨ ਕੀਤਾ। ਅੰਮ੍ਰਿਤ ਬਾਣੀ ਦੀ ਕਥਾ ਵਿਆਖਿਆ ਕੀਤੀ ਔਰ ਸੰਸਾਰ ਦੇ ਭਲੇ ਵਾਸਤੇ ਕਿ ਸਦਾ ਵਾਸਤੇ ਸੰਸਾਰ ਨੂੰ ਇਹ ਨਾਮ ਬਾਣੀ ਤੋਂ ਸ਼ਬਦ ਨਾਲ ਜੁੜ ਕਰਕੇ ਕਥਾ ਕੀਰਤਨ ਦੇ ਦੁਆਰਾ ਠੰਡ ਪ੍ਰਾਪਤ ਹੁੰਦੀ ਰਹੇ। ਇਹ ਸਤ ਸੰਗਤ ਮਹਾਰਾਜ ਸਾਹਿਬ ਜੀ ਨੇ ਕਾਇਮ ਕੀਤੀ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਸਭ ਸੰਸਾਰ ਦੇ ਵਿੱਚ ਇਹ ਜਾਣੋ ਕਿ ਮਹਾਰਾਜ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਦਾ ਮੀਂਹ ਹੀ ਪਾ ਦਿੱਤਾ, ਝੜੀ ਹੀ ਲਾ ਦਿੱਤੀ ਹੈ। ਤੇ ਮੀਂਹ ਜਦੋਂ ਪੈਂਦਾ ਹੈ ਉਦੋਂ ਸਾਰਿਆਂ ਨੂੰ ਇੱਕੋ ਜਿਹਾ ਜਲ ਪ੍ਰਾਪਤ ਹੁੰਦਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਜਦੋਂ ਗੁਰਤਾ ਗੱਦੀ ਦੇ ਮਾਲਕ ਬਣ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਆਪ ਜੀ ਨੇ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨੇ ਅਰਥਾ, ਲੋਕਾਂ ਦੇ ਉਧਾਰਨ ਵਾਸਤੇ ਤੀਰਥਾਂ ਤੇ ਜਾਣ ਦਾ ਉਦਮ ਕੀਤਾ ਨਾ, ਤਾਂ ਮਹਾਰਾਜ ਸਾਹਿਬ ਜੀ ਹਰਿਦੁਆਰ ਗਏ। ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਧਰਤੀ ਤੇ ਗਏ। ਉਦੋਂ ਬਹੁਤ ਪੰਡਤਾਂ ਨੇ ਇਕੱਠੇ ਹੋ ਕਰਕੇ ਮਹਾਰਾਜ ਸਾਹਿਬ ਜੀ ਨੂੰ ਇੱਕ ਸਵਾਲ ਕੀਤਾ। ਅਸਲ ਵਿੱਚ ਉਹ ਈਰਖਾ ਦੇ ਵਿੱਚ ਸੜੇ ਬਲੇ ਹੋਏ ਸਨ ਕਿ ਗੁਰੂ ਸਾਹਿਬ ਜੀ ਦੇ ਨਾਲ ਏਡਾ ਵੱਡਾ ਸੰਗਤ ਦਾ ਇਕੱਠ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਨਾਲ ਚੱਲ ਰਹੀਆਂ ਸਨ। ਉਹਨਾਂ ਨੇ ਆ ਕੇ ਨਮਸਕਾਰ ਕਰਕੇ ਕਹਿਣ ਲੱਗੇ, ਮਹਾਰਾਜ ਬਾਣੀਆਂ ਤੇ ਸੰਸਾਰ ਵਿੱਚ ਪਹਿਲਾਂ ਹੀ ਬੇਅੰਤ ਸੀ। ਵੇਖੋ 4 ਵੇਦਾਂ ਦੀ ਬਾਣੀ, 6 ਸ਼ਾਸਤਰਾਂ ਦੀ ਬਾਣੀ, 27 ਸਿਮਰਤੀਆਂ ਦੀ ਬਾਣੀ, ਪੁਰਾਣਾਂ ਦੀ ਬਾਣੀ, ਗੀਤਾ ਬਾਣੀ, ਕਿੰਨੀਆਂ ਬਾਣੀਆਂ ਪਹਿਲਾਂ ਸੀ ਸੰਸਾਰ ਦੇ ਵਿੱਚ। ਫਿਰ ਆਪ ਜੀ ਬਾਣੀ ਕਿਉਂ ਉਚਾਰਨ ਕਰਦੇ ਹੋ? ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਾਣੀ ਕਿਉਂ ਉਚਾਰਨ ਕੀਤੀ ਹੈ?
कि पहली बाणी दे नाल संसार दा भला नहीं हो सकदा सी, कल्याण नहीं हो सकदी सी। महाराज कहंदे पंडितो बैठ जाओ, दसदे आ। महाराज साहब जी दे पास बैठे ते गरीब नवाज साहब जी ने उस वेले शब्द उच्चारण किया, जैसे धरती ऊपर मेघला बरसत है, क्या धरती मध्य पानी नाही। महाराज कहंदे भी दसो धरती ते मींह पैंदा वा ते की धरती हेठां पानी नहीं है। कहंदे जी है पानी। ते फिर महाराज कहंदे मींह दी लोड़ है कि नहीं। कहंदे जी भावें धरती हेठां पानी है, मींह दी फिर भी लोड़ हुंदी है। गर्मियां दे दिनां विच जदों अत दी गर्मी पैंदी है ते सारे जीव तरा तरा करदे गर्मी दे नाल। आ 2 दिन पहलों जिस तरह की गर्मी पई है ना, एसियां विच रहण वाले भी कहंदे ही इस तरह लगदा जिवें अटैक होण नूं करदा। कहंदे भी इन्नी ज़्यादा गर्मी है तां वाहिगुरू दे हुक्म दे विच ही सारी खेड। गर्मी भी उहदी रचना ही है, उहदे नाल भी उहने कई कारज करने। पर जिन्ना चिर मींह ना पवे उन्ना चिर ठंड नहीं वरतदी गर्मी दे विच। ते महाराज कहंदे जे धरती हेठा पानी है, मींह दी फिर भी लोड़ हुंदी है। इस करके भावें पहलियां बाणियां सी, सारियां ही बाणियां अपने अपने थां ते पंडित जी सत्कारयोग आ, पर श्री गुरु नानक देव साहब जी की रसना की बाणी मींह की तरह है, वर्खा की तरह है। जिहड़ियां पहलियां बाणियां वो धरती हेठा पानी की तरह। महाराज कहंदे हुण वेदां दा अधिकार सिर्फ तुसीं पंडितां नूं ही दिता, ब्राह्मणां नूं ही दिता कि असीं ब्राह्मण उच्ची जाति दे हां, असीं वेद पढ़ सकते हैं ते असीं वेद सुना सकते हैं। सिर्फ ब्राह्मण पढ़ सकदा। कहंदे भी छतरी जिहड़ा वो सुन सकदा वा, शूद वैस तां सुन भी नहीं सकदे। जे किते भुल भुलेखे कोई शूदर कोई वैस सुन लैण जां पढ़ लैण वेद मंत्र ते तुसीं कहंदे हो भी इहदी जीभ कट देनी चाहिदी है, सिक्का ढाल के दे कंन च पा देना चाहिए। ये नीवीं जाति वाले ने वेदां दा मंत्र सुन क्यों लिया। पर सतगुरु कहंदे वो खूह की तरह, जिवें कोई धरती हेठला पानी खूह पुट के ते उहनूं पानी नूं कढदा है ना, उन्हां जमानिਆਂ ਦੇ ਵਿੱਚ खूह ही पुट्टे जांदे सन, खूहां द्वारा ही पानी कढे जांदा। अजकल बोर हो जांदे। महाराज कहंदे हुण जिसने पहला किन्नी मेहनत करके खूह पुट्टिया ते फिर खूह का पानी कोई 2-4 किलियां ती की जांदा, 2-4 एकड़ ही सिंजदा। हर एक थां ते नहीं खूह का पानी पहुँच सकदा। फिर जिसने खूह पुट्टिया हुंदा वो कहंदा मैं इहदा मालक वां, मेरी ये मलकीयत आ, मेरी मर्जी आ, मैं पानी किसे नूं देवां चाहे ना देवां, आंढी गुआंढी नूं। इस करके तुसीं ते कब्जा कर लिया उन्हां बाणियां दे उत्ते भी इत्थे साडा ब्राह्मणां दा ही अधिकार आ, बाकियां नूं नहीं असीं ये उपदेश देना, ये ज्ञान बाकियां नूं नहीं देना। पर जिस वेले मींह पैंदा है, मींह दे जल दे उत्ते किसे दा हक नहीं हुंदा। मींह जदों पैंदा ते सारे पासे इक्को जिहा ही पैंदा। पद्धरे इलाके ते भी, टिब्बियां ते भी पै जांदा, पिंडां 'च भी पै जांदा, शहरां 'च भी पै जांदा। कल्ले मनुख नूं ही नहीं कि मींह दे पानी दे नाल सुख हुंदा, दरख्तां नूं भी, बनस्पति भी हरी भरी हो जाती है, पशु पंछी भी चहचहाउंदे हन। आ काले बदलां नूं वेख करके मोर बबीए भी चाह दे नाल नच्चण लग पैंदे आ, पहलां पाउण लग पैंदे मोर भी। भाई गुरदास साहब जी ने आख्या मोर बबीहे बोलदे वेख बदल काले, काले बदलां नूं वेख करके मोर भी बोलन लग पैंदे आ कि हुण काले बदल आ गए, हुण मींह पवेगा, हुण इह तपश दे विच ठंड वरतेगी। इस करके हे पंडित जी, जो धन श्री गुरु नानक देव साहब महाराज की बाणी है, ये मींह दे जल की तरह है। जिवें मींह इक्को जिहा सारिआं नूं प्राप्त हुंदा है ना, ते श्री गुरु नानक देव साहब महाराज जी की बाणी ये भावें कोई ब्राह्मण, भावें कोई खत्तरी, भावें कोई सूद वैस, ये सारिआं नूं ही सांझा उपदेश है। खत्तरी ब्राह्मण सूद वैस उपदेश चहुं वरना को सांझा, गुरमुख नाम जपै उधरै सो कल मह घट घट नानक माझा। खत्तरी ब्राह्मण सूद वैस सब एकै नाम तरानथ, गुरु नानक की उपदेश कहत है जो सुनै सो पार प्राणत। तो महाराज साहब जी ने कृपा की है, मीहो पया परमेश्वर पाया, जी जंत
ਸਭ ਸੁਖੀ ਵਸਾਇਆ। ਅਪਰਤੱਖ ਮੀਂਹ ਵੀ ਪਰਮੇਸ਼ਰ ਨੇ ਪਾਇਆ ਤੇ ਸਾਰੇ ਜੀਵਾਂ ਜੰਤੂਆਂ ਨੂੰ ਮਹਾਰਾਜ ਸਾਹਿਬ ਜੀ ਨੇ ਇਸ ਸੰਸਾਰ ਵਿੱਚ ਠੰਡ ਵਰਤਾਈ ਹੈ। ਉੱਥੇ ਨਾਮ ਤੇ ਬਾਣੀ ਦਾ ਮੀਂਹ ਪਰਮੇਸ਼ਰ ਨੇ ਪਾਇਆ ਹੈ ਤੇ ਜਿਨ੍ਹਾਂ ਨੇ ਨਾਮ ਬਾਣੀ ਦੇ ਨਾਲ ਆਪਣੇ ਹਿਰਦੇ ਨੂੰ ਜੋੜਿਆ ਹੈ ਉਹਨਾਂ ਜੀਵਾਂ ਜੰਤੂਆਂ ਨੂੰ ਸਭ ਨੂੰ ਮਹਾਰਾਜ ਸਾਹਿਬ ਜੀ ਨੇ ਸੁਖੀ ਵਸਾਇਆ। ਤੋ ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਜੀ ਰਾਮਕਲੀ ਕੀ ਵਾਰ ਮਹੱਲਾ ਤੀਜਾ, ਤੀਜੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਜੋ ਵਾਰ ਹੈ ਪਹਿਲੀ ਵਾਰ ਰਾਮਕਲੀ ਦੀ, ਜਿਸ ਵਿੱਚ ਪੌੜੀਆਂ ਸਾਰੀਆਂ ਤੀਜੇ ਪਾਤਸ਼ਾਹ ਜੀ ਦੀਆਂ ਹਨ। ਇਸੇ ਤਰ੍ਹਾਂ ਸ਼ਲੋਕ ਵੱਖਰੇ ਵੱਖਰੇ ਗੁਰੂ ਸਾਹਿਬਾਂ ਦੇ ਹਨ। 2 ਪੌੜੀਆਂ ਦੀ ਵਿਚਾਰ ਸਾਧ ਸੰਗਤ ਜੀ ਸ਼ਲੋਕਾਂ ਸਮੇਤ ਪਿੱਛੇ ਹੋ ਚੁੱਕੀ ਹੈ। ਤੀਸਰੀ ਪੌੜੀ ਤੋਂ ਪਹਿਲਾਂ ਜੋ ਸਤਿਗੁਰੂ ਜੀ ਨੇ ਸ਼ਲੋਕ ਉਚਾਰਨ ਕੀਤੇ ਹਨ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਆ, ਸ਼ਰਧਾ ਭਾਵਨਾ ਆਦਰ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ 1536 ਬਿਕਰਮੀ ਸੰਮਤ ਨੂੰ ਬਾਸਰਕੇ ਨਗਰ ਦੇ ਵਿੱਚ ਪ੍ਰਕਾਸ਼ ਹੋਇਆ ਔਰ ਬਿਰਧ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ ਜੀ 1597 ਬਿਕਰਮੀ ਸੰਮਤ ਨੂੰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੂਜੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਏ। ਸੰਸਾਰੀ ਰਿਸ਼ਤਾ ਭਾਵੇਂ ਕੁੜਮਾਚਾਰੀ ਦਾ ਲੱਗਦਾ ਸੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਭਰਾਤਾ ਦੇ ਪੁੱਤਰ ਤਿਨਾਂ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ। ਬੀਬੀ ਅਮਰੋ ਜੀ ਦੇ ਨਾਲ ਮਿਲ ਕਰਕੇ ਸ੍ਰੀ ਖਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਏ। ਪਹਿਲਾ ਮਿਲਾਪ ਹੋਇਆ। ਖੇਸ ਉੱਤੇ 5 ਪੈਸੇ ਰੱਖ ਕਰਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਮਿਲਣੀ ਕਰਨ ਲੱਗੇ। ਆਪ ਜੀ ਨੇ ਅਦਬ ਸਹਿਤ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਕੁੜਮ ਬਣ ਕੇ ਨਹੀਂ ਆਇਆ, ਕਿਰਪਾ ਕਰੋ ਮੈਨੂੰ ਆਪਣੇ ਘਰ ਦਾ ਸੇਵਕ ਬਣਾ ਲਓ, ਆਪਣਾ ਸਿੱਖ ਬਣਾ ਲਓ। ਚਰਨਾਂ ਤੇ ਢਹਿ ਪਏ। 25 ਸਾਲ ਸਰੀਰ ਕਾਰਬਲਾ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੋਂ ਆਪ ਜੀ ਵੱਡੇ ਹਨ। ਸਰੀਰਕ ਉਮਰ ਦੇ ਵਿੱਚ 25 ਸਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਛੋਟੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਮੋਢਿਆਂ ਤੋਂ ਫੜ ਕੇ ਉੱਪਰ ਉਠਾਇਆ, ਘੁੱਟ ਕੇ ਛਾਤੀ ਨਾਲ ਲਾਇਆ ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਸੇਵਾ ਬਖਸ਼ ਦਿੱਤੀ। ਕਹਿਣ ਲੱਗੇ, ਪੁਰਖਾ ਆ ਗਾਗਰ ਲੈ ਲਓ ਤੇ ਬਿਆਸ ਦਰਿਆ ਦੇ ਵਿੱਚੋਂ ਅੰਮ੍ਰਿਤ ਵੇਲੇ ਇਹ ਜਲਦੀ ਗਾਗਰ ਲਿਆ ਕਰਕੇ 1.25 ਪਹਿਰ ਦੇ ਤੜਕੇ ਸਾਡਾ ਇਸ਼ਨਾਨ ਕਰਾਇਆ ਕਰੋ। ਸਾਰੀ ਰਾਤ ਹੀ ਲੰਘ ਜਾਂਦੀ ਸੀ ਆਉਂਦਿਆਂ ਜਾਂਦਿਆਂ, ਕਿਉਂਕਿ ਪਹਿਰ ਰਾਤ ਗਈ ਤੱਕ ਸ੍ਰੀ ਖਡੂਰ ਸਾਹਿਬ ਦੇ ਵਿੱਚ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਦੇ ਰਹਿਣਾ। ਦਿਨੇ ਵੀ ਸਾਰਾ ਦਿਨ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਵਰਤਾਉਣੇ, ਭਾਂਡੇ ਮਾਂਜਣੇ, ਝਾੜੂ ਫੇਰਨਾ, ਦਰੀਆਂ ਝਾੜਨੀਆਂ, ਤਰ੍ਹਾਂ ਤਰ੍ਹਾਂ ਦੀ ਸੇਵਾ ਗੁਰੂ ਘਰ ਦੀ ਕਰਨੀ ਤੇ ਰਾਤ ਨੂੰ ਇੱਕ ਗਾਗਰ ਲੈ ਕਰਕੇ ਇੱਧਰ ਨੂੰ ਚੱਲ ਪੈਣਾ ਬਿਆਸ ਦਰਿਆ ਵੱਲ ਨੂੰ ਤੇ ਰਾਤ ਦੇ ਮੌਕੇ ਤੇ ਜਲਦੀ ਗਾਗਰ ਭਰ ਕੇ ਫਿਰ ਲੈ ਕੇ ਆਉਣੀ। ਅੰਮ੍ਰਿਤ ਵੇਲੇ 1.25 ਪਹਿਰ ਦੇ ਤੜਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਇਸ਼ਨਾਨ ਕਰਵਾਉਣਾ। 12 ਸਾਲ ਮਹਾਰਾਜ ਸਾਹਿਬ ਜੀ ਨੇ ਸੇਵਾ ਕੀਤੀ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਐਸੀ ਗਾਖੜੀ ਸੇਵਾ। ਫਿਰ ਮਹਾਰਾਜ ਸਾਹਿਬ ਜੀ ਨੇ 12 ਸਾਲਾਂ ਦੀ ਸੇਵਾ ਤੋਂ ਬਾਅਦ ਖੁਸ਼ ਹੋ ਕੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ। 1 ਸਾਲ ਦੀ ਸੇਵਾ ਬਾਅਦ ਇੱਕ ਸਿਰੋਪਾਉ ਦਿਆ ਕਰਦੇ ਸਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਪ੍ਰੇਮ ਵਿੱਚ ਆਪਣੇ ਸੀਸ ਤੇ ਉਹ ਸਿਰੋਪਾਉ ਸਜਾ ਲੈਂਦੇ। 12 ਸਾਲਾਂ ਵਿੱਚ 12 ਸਿਰੋਪਾਉ ਆਪ ਜੀ ਨੂੰ ਪ੍ਰਾਪਤ ਹੋਏ ਔਰ 12ਵੇਂ ਸਾਲ ਦੇ ਵਿੱਚ 1609 ਬਿਕਰਮੀ ਸੰਮਤ ਨੂੰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਆਪਣੇ ਹੱਥੀਂ ਆਪ ਜੀ ਦਾ ਇਸ਼ਨਾਨ ਕਰਵਾਇਆ। ਇਤਿਹਾਸ ਦਾ ਲੰਮਾ ਹੈ, ਜੁਲਾਏ ਪਰਿਵਾਰ ਵਾਲੀ ਸਾਖੀ ਵੀ ਆਉਂਦੀ ਹੈ। ਤਾਂ ਉਸ ਮੌਕੇ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਆਪ ਇਸ਼ਨਾਨ ਕਰਵਾਇਆ। ਆਖਿਆ, ਪੁਰਖਾ
12 ਵਰੇ ਤੁਸੀਂ ਸਾਡਾ ਇਸ਼ਨਾਨ ਕਰਾਇਆ, ਅੱਜ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕਰਾਇਆ, ਨਵੇਂ ਵਸਤਰ ਪਵਾਏ, ਦਸਤਾਰਾ ਸਜਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਪਾਸ ਬੁਲਾਇਆ, ਸਾਰੀਆਂ ਸੰਗਤਾਂ ਵਿੱਚ ਦੱਸ ਦਿੱਤਾ ਕਿ ਹੁਣ ਅਸੀਂ ਆਪਣੇ ਸੇਵਕ ਨੂੰ ਗੁਰਤਾ ਗੱਦੀ ਦਾ ਤਖਤ ਦੇਣਾ। 5 ਪੈਸੇ ਨਾਲੀਏਰ ਲੈ ਕਰਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ, ਆਪਣੀ ਜੋਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਸੁਭਾਈਮਾਨ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਿਆਈ ਦਾ ਤਿਲਕ ਦਵਾਇਆ ਤੇ ਰਸਨਾ ਤੋਂ ਮਹਾਰਾਜ ਨੇ ਵਰਦਾਨ ਦਿੱਤੇ। ਜੋ ਲੋਕਾਂ ਨੇ ਤਾਨੇ ਮਿਹਣੇ ਦਿੱਤੇ ਸੀ ਨਾ, ਕਿਸੇ ਨੇ ਆਖਿਆ ਸੀ ਇਹ ਤੇ ਨਿਮਾਣਾ ਹੈ, ਕਿਸੇ ਨੇ ਆਖਿਆ ਸੀ ਨਿਤਾਣਾ ਹੈ, ਕਿਸੇ ਨੇ ਕਿਹਾ ਸੀ ਇਹ ਤੇ ਨਿਥਾਵਾ ਹੈ, ਆਪਣੇ ਕੁੜਮਾਂ ਦੇ ਕੋਲੇ ਰਹਿੰਦਾ, ਦਿਨੇ ਰਾਤ ਇਹਨੂੰ ਚੈਨ ਕੋਈ ਨਹੀਂ, ਕਦੀ ਇੱਧਰ ਕਦੀ ਉੱਧਰ ਡਕੋ ਡੋਲੇ ਖਾਂਦਾ ਹੈ। ਲੋਕਾਂ ਦੇ ਕਿਹੜਾ ਕਿਸੇ ਨੇ ਮੂੰਹ ਫੜ ਲੈਣੇ ਆ? ਤੋ ਜਿੰਨੇ ਮੂੰਹ ਉਨੀਆਂ ਗੱਲਾਂ ਜਿਹੜੀਆਂ ਸੀ ਨਿਸ਼ਰਦਕ ਲੋਕਾਂ ਨੇ ਕੀਤੀਆਂ। ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ 12 ਵਰਦਾਨ ਦਿੱਤੇ। ਫਿਰ ਗੁਰਤਾ ਗੱਦੀ ਦੇ ਨਾਲ ਕਹਿਣ ਲੱਗੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਤਾਣਿਆਂ ਦੇ ਤਾਣ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜ਼ਕ ਦੀ ਕੁੰਜੀ ਤੇਰੇ ਹੱਥ। ਪੁਰਖਾ ਜੀ ਤੁਸੀਂ ਧੰਨ ਹੋ। ਗੁਰਿਆਈ ਦੇ ਨਾਲ ਇਹ ਬਚਨ ਕੀਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਿ ਜਿਹਨੂੰ ਕਿਤੇ ਮਾਣ ਨਹੀਂ ਮਿਲੂਗਾ ਉਹਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਾਣ ਦਿਆ ਕਰਨਗੇ। ਜਿਸ ਨੂੰ ਕਿਤੇ ਤਾਣ ਬਲ ਨਹੀਂ ਮਿਲੂਗਾ ਉਹਨੂੰ ਤਾਣ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇਣਗੇ। ਜਿਸ ਮਨੁੱਖ ਨੂੰ ਮਾਈ ਭਾਈ ਨੂੰ ਕਿਤੇ ਓਟ ਆਸਰਾ ਨਹੀਂ ਮਿਲੂਗਾ ਉਹਨੂੰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਓਟ ਦਿਆ ਕਰਨਗੇ। ਜਿਸ ਨੂੰ ਕਿਤੇ ਆਸਰਾ ਨਹੀਂ ਮਿਲੇਗਾ ਉਹਨੂੰ ਆਸਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇਣਗੇ। ਜਿਹਦੀ ਕੋਈ ਧਿਰ ਨਹੀਂ ਹੋਵੇਗੀ ਉਹਦੀ ਧਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਣਨਗੇ। ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ। ਫਿਰ ਆਖਿਆ ਹੁਣ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਓ। ਗੁਰਿਆਈ ਤੋਂ 3 ਸਾਲ ਪਹਿਲਾਂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਗਿਆ ਦੇ ਨਾਲ ਭਾਈ ਗੋਂਦੇ ਮਰਵਾਏ ਦੇ ਬੇਨਤੀ ਕਰਨ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਆਪ ਜੀ ਨੇ ਬਿਆਸ ਦਰਿਆ ਦੇ ਕੰਢੇ ਤੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਸਾਇਆ ਸੀ। ਇਹ ਗੋਂਦੇ ਮਰਵਾਏ ਦੇ ਨਾਮ ਤੇ ਨਗਰ ਦਾ ਨਾਮ ਸ੍ਰੀ ਗੋਇੰਦਵਾਲ ਸਾਹਿਬ ਰੱਖਿਆ। ਇਹ 1606 ਬਿਕਰਮੀ ਸੰਮਤ ਨੂੰ ਮਹਾਰਾਜ ਨੇ ਵਸਾਇਆ। 1609 ਨੂੰ ਗੁਰਿਆਈ ਦੇ ਤਖਤ ਤੇ ਸੋਭਨੀਕ ਹੋਏ। ਮਹਾਰਾਜ ਨੇ ਆਖਿਆ ਪੁਰਖਾ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਚਲੇ ਜਾਓ। ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਆਏ। ਫਿਰ 1609 ਬਿਕਰਮੀ ਸੰਮਤ ਤੋਂ ਲੈ ਕੇ ਤੇ 1631 ਬਿਕਰਮੀ ਸੰਮਤ ਤੱਕ ਆਪ ਜੀ ਨੇ ਪਾਵਨ ਸਰੀਰ ਵਿੱਚ ਵਿਚਰਦਿਆਂ ਹੋਇਆਂ ਗੁਰਿਆਈ ਕੀਤੀ। ਸਾਧ ਸੰਗਤ ਜੀ ਸ੍ਰੀ ਬੌਲੀ ਸਾਹਿਬ ਤੀਰਥ ਦੀ ਰਚਨਾ ਕਰਵਾਈ। 84 ਪੌੜੀਆਂ ਆਖਿਆ ਜਿਹੜਾ ਭਾਵਨਾ ਦੇ ਨਾਲ 84 ਇਸ਼ਨਾਨ ਕਰੇਗਾ ਸ੍ਰੀ ਬੌਲੀ ਸਾਹਿਬ ਦੇ ਵਿੱਚ ਤੇ ਇੱਕ ਇੱਕ ਪੌੜੀ ਤੇ ਬੈਠ ਕੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ। 84 ਇਸ਼ਨਾਨ 84 ਜਪਜੀ ਸਾਹਿਬ ਦੇ ਪਾਠ ਉਹਦੀ 84 ਲੱਖ ਜੂਨ ਕੱਟੀ ਜਾਵੇਗੀ। ਇਹ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। 22 ਪ੍ਰਚਾਰਕ ਥਾਪੇ, ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ਿਆ। ਉਹਨਾਂ ਦੇ ਬਚਨ ਪੂਰੇ ਹੁੰਦੇ ਸਨ। ਆਪਣੀ ਕਲਾ ਉਹਨਾਂ ਬਾਈਆਂ ਨੂੰ ਬਖਸ਼ਿਸ਼ ਕੀਤੀ। 72 ਪੀੜੇ ਮਾਈਆਂ ਨੂੰ ਪ੍ਰਚਾਰ ਪ੍ਰਸਾਰ ਵਾਸਤੇ ਬਖਸ਼ਿਸ਼ ਕੀਤੇ। ਮਹਾਰਾਜ ਸਾਹਿਬ ਜੀ ਨੇ ਮਰਿਆਦਾ ਕਾਇਮ ਕਰ ਦਿੱਤੀ। ਜਿਨ੍ਹਾਂ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਉਹ ਪਹਿਲਾਂ ਗੁਰੂ ਕੇ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਫਿਰ ਸੰਗਤ ਵਿੱਚ ਆ ਕੇ ਸਾਡੇ ਦਰਸ਼ਨ ਕਰੇ। ਉਹਦਾ ਕਾਰਨ ਇਹ ਸੀ ਜੋ ਊਚ ਨੀਚ ਵੱਡਾ ਛੋਟਾ ਇਹ ਛੂਤ ਛਾਤ ਜੋ ਚੱਲਦੀ ਸੀ ਵੀ ਬਰਾਬਰਤਾ ਕਰਨੀ ਹੈ, ਵੀ ਵੱਡਾ ਛੋਟਾ ਪੁਣਾ ਜਿਹੜਾ ਬਣਿਆ ਹੋਇਆ। ਇਸੇ ਕਰਕੇ ਅਕਬਰ ਬਾਦਸ਼ਾਹ ਵੀ ਆਇਆ ਸੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਜ਼ਮੀਨ ਤੇ ਪੁੰਜੇ ਬੈਠ ਕੇ ਪ੍ਰਸ਼ਾਦਾ ਛਕਿਆ ਸੀ, ਮਹਾਰਾਜ ਦੇ ਦਰਸ਼ਨ ਕੀਤੇ ਸਨ। ਸੋ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਇਸੇ ਤਰ੍ਹਾਂ ਇਹ ਸਤੀ ਪ੍ਰਥਾ ਜਿਹੜੀ ਚੱਲਦੀ ਸੀ ਕਿ ਪਤੀ ਨੇ ਚੜ੍ਹਾਈ ਕਰ ਜਾਣਾ ਤੇ ਘਰ ਵਾਲੀ ਨੂੰ ਨਾਲ ਸੜਨਾ ਪੈਂਦਾ ਸੀ ਚਿਖਾ ਦੇ ਵਿੱਚ। ਇਹਦੇ ਤੇ ਡਟ ਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ। ਇਸ ਗਰੀਬ ਨਵਾਜ ਸਾਹਿਬ ਜੀ ਨੇ ਇਹ ਕੋਝੀ ਜਿਹੜੀ ਕੁਰੀਤੀ ਚੱਲ ਰਹੀ ਸੀ ਉਸ ਨੂੰ ਮਹਾਰਾਜ ਸਾਹਿਬ ਜੀ ਨੇ ਰੋਕਿਆ। ਬੇਅੰਤ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਵਰਤਾਈਆਂ। ਤੇ ਇਹ ਤਾਪ ਦੇ ਨਾਲ ਮਾਈ ਦਾ ਪੁੱਤਰ ਚੜ੍ਹਾਈ ਕਰ ਜਾਣਾ, ਅੰਮ੍ਰਿਤ ਵੇਲੇ ਰੋਣ ਦੀ ਆਵਾਜ਼ ਆਉਣੀ,
ਸਤਿਗੁਰਾਂ ਨੇ ਪੰਗੇ ਤੇ ਚੌਂਕੜਾ ਲਾਇਆ ਹੋਣਾ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ। ਹਜੂਰੀਏ ਸਿੱਖ ਨੂੰ ਪੁੱਛਣਾ, ਭਾਈ ਬੱਲੋ ਆ ਰੋਣ ਦੀ ਆਵਾਜ਼ ਕਿੱਧਰੋਂ ਆ ਰਹੀ ਹੈ? ਅੰਮ੍ਰਿਤ ਵੇਲੇ ਨਿਤਨੇਮ ਦਾ ਸਮਾਂ ਹੈ, ਨਾਮ ਬਾਣੀ ਦੇ ਅਭਿਆਸ ਦਾ ਸਮਾਂ ਹੈ। ਜਾ ਕੇ ਵੇਖਣਾ ਮਹਾਰਾਜ, ਇੱਕ ਮਾਈ ਦਾ ਇੱਕੋ ਹੀ ਪੁੱਤਰ, ਉਹ ਇਕਲੌਤਾ ਪੁੱਤਰ ਤੇਈਏ ਤਾਂ ਆਪਣਾ ਚੜ੍ਹਾਈ ਕਰ ਗਿਆ। ਜਾ ਭਾਈ ਬੱਲੂ ਉਸ ਮਾਈ ਨੂੰ ਕਹੋ, ਦਿਨ ਚੜ੍ਹੇਗਾ ਤੇਰਾ ਪੁੱਤਰ ਜਿਉਂਦਾ ਹੋ ਜਾਵੇਗਾ ਤੇ ਰੋ ਨਾ, ਨਾਮ ਬਾਣੀ ਦੇ ਅਭਿਆਸ ਦਾ ਸਮਾਂ ਹੈ। ਪਰ ਜਿਹਦਾ ਇੱਕੋ ਹੀ ਪੁੱਤਰ ਹੋਵੇ ਉਹ ਵੀ ਚੜ੍ਹਾਈ ਕਰ ਜਾਵੇ, ਉਸ ਮਾਤਾ ਨੂੰ ਕਿੱਥੋਂ ਧੀਰ ਜਾ ਸਕਦੀ ਹੈ? ਉਹ ਮਾਈ ਉੱਚੀ ਉੱਚੀ ਰੋ ਰਹੀ ਹੈ। ਮਹਾਰਾਜ ਸਾਹਿਬ ਜੀ ਦੇ ਸਰਵਣਾ ਵਿੱਚ ਆਵਾਜ਼ ਪੈ ਰਹੀ ਹੈ। ਭਾਈ ਬੱਲੂ ਨੇ ਆ ਕੇ ਦੱਸਿਆ ਤੇ ਮਹਾਰਾਜ ਸਾਹਿਬ ਜੀ ਵੇਖਿਆ ਵੀ ਮਾਈ ਨਹੀਂ ਚੁੱਪ ਕੀਤੀ, ਫਿਰ ਆਪਣੇ ਆਸਣ ਤੋਂ ਉੱਠੇ ਆ। ਉਹ ਮਾਈ ਦੇ ਪੁੱਤਰ ਦੇ ਪਾਸ ਜਾਂਦੇ, ਆਪਣੇ ਚਰਨ ਛੁਹਾਉਂਦੇ ਆ ਤੇ ਮਾਈ ਦੇ ਪੁੱਤਰ ਨੂੰ ਜੀਵਨ ਦਾਨ ਦੇ ਦਿੰਦੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਾਈ ਦਾ ਪੁੱਤਰ ਜਿਉਂ ਉੱਠਦਾ ਹੈ ਨਾਲ ਹੀ ਬਚਨ ਕਰ ਦਿੰਦੇ, ਜਿੰਨਾ ਚਿਰ ਸਰੀਰ ਕਰਕੇ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਹਾਂ ਉਹਨਾਂ ਚਿਰ ਮਾਤਾ ਪਿਤਾ ਦੇ ਸਾਹਮਣੇ ਉਹਨਾਂ ਦੀ ਸੰਤਾਨ ਨਹੀਂ ਚੜ੍ਹਾਈ ਕਰੇਗੀ। ਇਸੇ ਕਰਕੇ ਭੱਟ ਸਾਹਿਬਾਨਾਂ ਨੇ ਜਦੋਂ ਮਹਾਰਾਜ ਸਾਹਿਬ ਜੀ ਦੀ ਵਡਿਆਈ ਕੀਤੀ ਤੇ ਭੱਟ ਸਾਹਿਬਾਨ ਨੇ ਇਹ ਬਚਨ ਕਹਿ ਦਿੱਤਾ ਵੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਨਾਮ ਸੁਣ ਕੇ ਨਾ ਸੂਰਜ ਦਾ ਪੁੱਤਰ ਜਿਹੜਾ ਹੈ ਧਰਮ ਰਾਜਾ, ਉਹ ਵੀ ਡਰਦਾ ਹੈ। ਧਰਮ ਰਾਜਾ ਵੀ ਡਰਦਾ, ਜਮਦੂਤ ਵੀ ਡਰਦੇ ਆ ਵੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਨਹੀਂ ਜਾਣਾ, ਉੱਥੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਹੋਇਆ। ਨਾਮ ਸੁਣੇ ਸੋ ਨਾਮ ਸੁਣੇ ਸੁੱਤ ਭਾਣ ਡਰਿਓ। ਮਹਾਰਾਜ ਸਾਹਿਬ ਜੀ ਦਾ ਨਾਮ ਸੁਣ ਕਰਕੇ ਸੁੱਤ ਭਾਣ, ਸੁੱਤ ਕਹੀਏ ਪੁੱਤਰ, ਭਾਣ ਕਹੀਏ ਸੂਰਜ, ਸੂਰਜ ਦਾ ਪੁੱਤਰ ਜਿਹੜਾ ਧਰਮ ਰਾਜਾ ਹੈ ਉਹ ਵੀ ਭੈ ਭੀਤ ਹੋਇਆ। ਦੂਸਰਾ ਬਚਨ ਭੱਟ ਸਾਹਿਬਾਨਾਂ ਨੇ ਆਖਿਆ, ਰਵ ਕੇ ਸੁੱਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ। ਜੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਚਿੱਤ ਲਾਉਂਦੇ ਆ, ਚਿੱਤ ਜੋੜਦੇ ਆ, ਉਹਨਾਂ ਨੂੰ ਸੂਰਜ ਦੇ ਪੁੱਤਰ ਧਰਮ ਰਾਜਾ ਦਾ ਕੀ ਡਰ ਹੈ, ਉਹਨਾਂ ਨੂੰ ਜਮਦੂਤਾਂ ਦਾ ਕੀ ਡਰ ਹੈ, ਜਿਹੜੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਤਾਂ ਦੇ ਨਾਲ ਚਿੱਤ ਜੋੜਦੇ। ਐਸੇ ਮਹਾਨ ਮਹਿਮਾ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣ ਤਾਂ ਗਿਣੇ ਹੀ ਨਹੀਂ ਜਾ ਸਕਦੇ। ਜਿਵੇਂ ਸੂਰਜ ਦੀਆਂ ਕਿਰਨਾਂ ਨਹੀਂ ਸਾਧ ਸੰਗਤ ਜੀ ਕੋਈ ਗਿਣ ਸਕਦਾ। ਜਿਵੇਂ ਬੱਦਲਾਂ ਦੇ ਵਿੱਚੋਂ ਜਦੋਂ ਮੀਂਹ ਪੈਂਦਾ ਹੈ, ਜਿਵੇਂ ਹੁਣ ਮੀਂਹ ਪੈ ਰਿਹਾ ਹੈ, ਮੀਂਹ ਪੈਂਦਾ ਹੈ ਤੇ ਬੂੰਦਾਂ ਨਹੀਂ ਕੋਈ ਗਿਣ ਸਕਦਾ। ਜਿਵੇਂ ਬਨਸਪਤੀ ਨਹੀਂ ਗਿਣੀ ਜਾ ਸਕਦੀ, ਜਿਵੇਂ ਰੋਮ ਨਹੀਂ ਗਿਣੇ ਜਾ ਸਕਦੇ, ਜਿਵੇਂ ਬਸੰਤ ਰੁੱਤ ਦੇ ਖਿੜੇ ਹੋਏ ਫੁੱਲ ਨਹੀਂ ਗਿਣੇ ਜਾ ਸਕਦੇ। ਸੋ ਇਸੇ ਤਰ੍ਹਾਂ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਰਿਸ਼ਮਾਂ ਨਹੀਂ ਗਿਣੀਆਂ ਜਾ ਸਕਦੀਆਂ। ਜਿਵੇਂ ਗੰਗਾ ਦੀਆਂ ਲਹਿਰਾਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਸਮੁੰਦਰ ਦੀ ਡੂੰਘਾਈ ਨਹੀਂ ਮਾਪੀ ਜਾ ਸਕਦੀ। ਕਹਿੰਦੇ ਇਹਨਾਂ ਨੂੰ ਕੋਈ ਗਿਣ ਲਵੇ ਤਾਂ ਗਿਣ ਲਵੇ। ਕੋਈ ਰੁਦਰ ਧਿਆਨ ਸ਼ਿਵ ਜੀ ਵਾਂਗੂ ਧਿਆਨ ਲਾ ਕਰਕੇ ਸਤਿਗੁਰੂ ਜੀ ਦੇ ਪਾਸੋਂ ਗਿਆਨ ਲੈ ਕਰਕੇ ਇੰਨੀਆਂ ਚੀਜ਼ਾਂ ਨੂੰ ਤੇ ਭਾਵੇਂ ਕੋਈ ਗਿਣ ਹੀ ਲਵੇ, ਅੰਦਾਜ਼ਾ ਲਾ ਹੀ ਲਵੇ ਵੀ ਮੀਂਹ ਪੈਂਦੇ ਵਿੱਚ ਕਿੰਨੀਆਂ ਕੁ ਬੂੰਦਾਂ ਡਿੱਗ ਰਹੀਆਂ ਹਨ। ਦਿਓ ਸੋ ਭਾਵੇਂ ਕੋਈ ਗਿਣ ਲਵੇ ਤਾਂ ਗਿਣ ਲਵੇ, ਪਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ ਹੈ। ਆਪ ਜੀ ਦੀ ਮਹਿਮਾ ਨਹੀਂ ਕੋਈ ਬਿਆਨ ਕਰ ਸਕਦਾ ਹੈ। ਘਨ ਹਰ ਬੂੰਦ ਬਸੋ ਅਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ
ਬਨ ਆਵੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਐਸੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸ਼ਲੋਕ ਮਹੱਲਾ ਤੀਜਾ। ਸਤਿਗੁਰੂ ਤੀਜੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਹਨ। ਪਰਮ ਭੁਲਾਈ ਸਭ ਜਗ ਮੇਰੀ। ਇਹ ਸਿੱਖ ਵੱਲੋਂ ਬੇਨਤੀ ਹੈ, ਜਗਿਆਸੂ ਵੱਲੋਂ ਬੇਨਤੀ ਹੈ। ਉਹ ਜਗਿਆਸੂ ਦੀ ਬੇਨਤੀ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਬਚਨਾਂ ਰਾਹੀਂ ਉਚਾਰਨ ਕਰਦੇ ਆ। ਜੋ ਜਗਿਆਸੂ ਦੇ ਵੇਦਨਾ ਹੈ, ਜੋ ਜਗਿਆਸੂ ਦਾ ਸਵਾਲ ਹੈ, ਫਿਰ ਉਹਦਾ ਉੱਤਰ ਮਹਾਰਾਜ ਸਾਹਿਬ ਜੀ ਵੀ ਆਪਣੇ ਬਚਨਾਂ ਵਿੱਚ ਹੀ ਦੇਣਗੇ। ਜਗਿਆਸੂ ਕਹਿੰਦਾ ਹੈ, ਸਿੱਖ ਕਹਿੰਦਾ ਹੈ ਕਿ ਮਹਾਰਾਜ ਭਰਮ ਦੇ ਵਿੱਚ ਭੁੱਲੀ ਹੋਈ ਸਭ ਜਗ ਫਿਰੀ, ਮੇਰੀ ਬੁੱਧੀ ਸਾਰੇ ਜਗ ਵਿੱਚ ਫਿਰਦੀ ਰਹੀ ਹੈ। ਭਰਮ ਵਿੱਚ ਪੈ ਕਰਕੇ, ਭਰਮ ਦੇ ਵਿੱਚ ਪੈ ਕਰਕੇ, ਭੁਲੇਖੇ ਵਿੱਚ ਪੈ ਕਰਕੇ ਭੁੱਲੀ ਹੋਈ ਸਾਰੇ ਜਗ ਵਿੱਚ ਫਿਰਨਾ ਕੀਤਾ ਹੈ। ਆਵੀ ਹੋਈ ਭਾਲ। ਕਾਹਦੇ ਵਾਸਤੇ ਸਾਰੇ ਜਗ ਵਿੱਚ ਵਿਚਰਨਾ ਕੀਤਾ, ਫਿਰਨਾ ਕੀਤਾ? ਪ੍ਰਭੂ ਦੀ ਭਾਲ ਕਰਨ ਵਾਸਤੇ, ਕਿ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਪ੍ਰਭੂ ਦੀ ਭਾਲ ਹੋ ਜਾਵੇ। ਭਾਲਦੀ ਭਾਲਦੀ ਫਾਵੀ ਹੋਈ। ਫਾਵੀ ਕਹਿੰਦੇ ਸ਼ਿੱਥੀ ਹੋ ਗਈ, ਵਿਆਕੁਲ ਹੋ ਗਈ, ਥੱਕ ਗਈ ਬੁੱਧੀ, ਥਕਤ ਹੋ ਗਈ। ਪ੍ਰਭੂ ਨੂੰ ਭਾਲਦੀ ਭਾਲਦੀ ਅੱਕ ਥੱਕ ਗਈ। ਦੂਸਰਾ ਹੈ ਸ੍ਰਿਸ਼ਟੀ ਭਰਮ ਦੇ ਵਿੱਚ ਭੁੱਲੀ ਹੋਈ। ਸਾਰੇ ਜਗ ਵਿੱਚ ਜੀਵ ਜਿਹੜੇ ਹਨ ਉਹ ਵਿਚਰ ਰਹੇ ਆ, ਫਿਰ ਰਹੇ ਆ, ਤੇ ਸ੍ਰਿਸ਼ਟੀ ਪ੍ਰਭੂ ਨੂੰ ਭਾਲਦੀ ਹੋਈ ਹਾਵੀ ਹੋਈ, ਥਕਤ ਹੋ ਗਈ, ਵਿਆਕੁਲ ਹੋ ਗਈ, ਦੁਖੀ ਹੋ ਗਈ, ਪਰ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ, ਸ਼ਾਂਤੀ ਪ੍ਰਾਪਤ ਨਾ ਹੋਈ। ਇਹ ਜਗਿਆਸੂ ਵੱਲੋਂ ਬੇਨਤੀ ਹੈ, ਮਹਾਰਾਜ ਮੇਰੀ ਬੁੱਧੀ ਥੱਕ ਗਈ ਹੈ, ਦੁਖੀ ਹੋ ਗਈ ਹੈ, ਭਾਲਦੀ ਹੋਈ ਵੀ ਪ੍ਰਮਾਤਮਾ ਮਿਲੇ, ਉਹਦੇ ਮਿਲਣ ਕਰਕੇ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ। ਓ ਸਭ ਸਾਥ ਨਾ ਦੇਵਈ। ਇਹ ਸਤਿਗੁਰੂ ਜੀ, ਨਾ ਤੇ ਉਹ ਸਹੁ ਮਿਲਿਆ, ਪ੍ਰਮਾਤਮਾ ਵੀ ਨਹੀਂ ਮਿਲਿਆ, ਤੇ ਉਸ ਸਹੁ ਨੇ ਸ਼ਾਂਤੀ ਵੀ ਨਹੀਂ ਦਿੱਤੀ ਹੈ। ਭਾਲਦੀ ਭਾਲਦੀ ਮੇਰੀ ਬੁੱਧੀ ਥੱਕ ਤਾਂ ਗਈ, ਸਾਰੇ ਜੱਗ ਵਿੱਚ ਭਰਮ ਵਿੱਚ ਪੈ ਕੇ ਭੁੱਲੀ ਹੋਈ ਭਾਲਦੀ ਰਹੀ। ਕਦੀ ਜੰਗਲਾਂ ਵਿੱਚ ਜਾ ਕੇ ਭਾਲਿਆ, ਕਦੀ ਪਹਾੜਾਂ ਵਿੱਚ ਜਾ ਕੇ ਭਾਲਿਆ, ਕਦੀ ਕਿਤੇ ਜਾ ਕੇ ਭਾਲਿਆ, ਨਾ ਤੇ ਸੋ ਸਹੁ, ਉਹ ਸਹੁ ਵੀ ਨਹੀਂ ਮਿਲਿਆ, ਉਹ ਪਤੀ ਪ੍ਰਮਾਤਮਾ ਵੀ ਨਹੀਂ ਮਿਲਿਆ, ਤੇ ਨਾ ਉਸ ਸਹੁ ਪ੍ਰਮਾਤਮਾ ਪਤੀ ਨੇ ਸ਼ਾਂਤੀ ਦਿੱਤੀ ਹੈ। ਉਹ ਮਾਲਕ ਮੈਨੂੰ ਸ਼ਾਂਤੀ ਨਹੀਂ ਦੇ ਰਿਹਾ ਹੈ। ਜਾ ਚੱਲੇ ਤਿਸ ਨਾਲ। ਤੇ ਹੇ ਸਤਿਗੁਰੂ ਜੀ, ਮੇਰਾ ਕੋਈ ਜ਼ੋਰ ਵੀ ਨਹੀਂ ਚੱਲ ਰਿਹਾ ਤਿਸ ਦੇ ਨਾਲ। ਕੀ ਜ਼ੋਰ ਚੱਲ ਸਕਦਾ ਹੈ ਤਿਸ ਵਾਹਿਗੁਰੂ ਪਰਮੇਸ਼ਰ ਦੇ ਨਾਲ, ਕਿ ਜ਼ੋਰ ਦੇ ਨਾਲ ਉਹਨੂੰ ਪ੍ਰਾਪਤ ਕਰ ਲਿਆ ਜਾਵੇ, ਹੱਠ ਦੇ ਨਾਲ ਉਸ ਨੂੰ ਪ੍ਰਾਪਤ ਕਰ ਲਿਆ ਜਾਵੇ, ਜਾਂ ਸ਼ਾਂਤੀ ਜ਼ੋਰ ਦੇ ਨਾਲ, ਜਾਂ ਕਿਸੇ ਸਿਆਣਪ ਦੇ ਨਾਲ, ਜਾਂ ਕਿਸੇ ਚਤਰਾਈ ਦੇ ਨਾਲ ਕੋਈ ਦਾ ਪੇਚ ਲਾ ਕਰਕੇ ਉਹਦੇ ਕੋਲੋਂ ਸ਼ਾਂਤੀ ਲੈ ਲਈ ਜਾਵੇ। ਪਰ ਕੋਈ ਚਤਰਾਈ ਨਹੀਂ ਚੱਲਦੀ ਹੈ, ਕੋਈ ਸਿਆਣਪ ਨਹੀਂ ਚੱਲਦੀ ਹੈ, ਕੋਈ ਜ਼ੋਰ ਨਹੀਂ ਚੱਲਦਾ ਹੈ। ਕਿਆ ਚੱਲੇ ਤਿਸ ਨਾਲ? ਕੀ ਜ਼ੋਰ ਤਿਸ ਮਾਲਕ ਨਾਲ ਚੱਲ ਸਕਦਾ? ਜ਼ੋਰ ਨਹੀਂ ਕੋਈ ਚੱਲਦਾ ਹੈ। ਹੋਰ ਪ੍ਰਸਾਦੀ ਹਰ ਧਿਆਈ ਹੈ। ਪਿਛਲੀਆਂ ਦੋਹਾਂ ਪੰਕਤੀਆਂ ਵਿੱਚ ਸਵਾਲ ਸੀ ਸਿੱਖ ਦਾ, ਜਗਿਆਸੂ ਦਾ। ਹੁਣ ਇਹਨਾਂ ਪੰਕਤੀਆਂ ਵਿੱਚ ਮਹਾਰਾਜ ਸਾਹਿਬ ਜੀ ਉੱਤਰ ਦੇ ਰਹੇ ਉਸ ਸਵਾਲ ਦਾ। ਮਹਾਰਾਜ ਕਹਿੰਦੇ, ਭਾਈ ਗੁਰੂ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਦੀ ਕਿਰਪਾ ਕਿਵੇਂ ਪ੍ਰਾਪਤ ਹੋਵੇਗੀ? ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪਾਵਾਂਗੇ, ਜਦੋਂ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਾਂਗੇ, ਉਪਦੇਸ਼ ਨੂੰ ਮੰਨਾਂਗੇ, ਕਮਾਵਾਂਗੇ, ਗੁਰੂ ਕੀ ਆਗਿਆ ਵਿੱਚ ਚੱਲਾਂਗੇ,
ਫੇਰ ਹੀ ਗੁਰੂ ਸਾਹਿਬ ਜੀ ਦੀ ਪ੍ਰਸਾਦ ਪ੍ਰਾਪਤ ਹੋਵੇਗੀ ਨਾ। ਕਿਰਪਾ, ਪ੍ਰਸਾਦ ਨਾਮ ਕਿਰਪਾ ਦਾ, ਗੁਰ ਪ੍ਰਸਾਦੀ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਕੀ ਕਿਰਪਾ ਲੈ ਕਰਕੇ ਹਰ ਧਿਆਈ ਹੈ, ਹਰ ਥਾਂ ਤੇ ਵਸਣ ਵਾਲਾ, ਜੋ ਹਰੇਕ ਨੂੰ ਹਰੇ ਭਰੇ ਕਰਨ ਵਾਲਾ, ਉਸ ਹਰੀ ਨੂੰ ਧਿਆਉਣਾ ਕਰੀਏ। ਤੇ ਗੁਰੂ ਕੀ ਕਿਰਪਾ ਲੈਣ ਵਾਸਤੇ ਗੁਰੂ ਵਾਲੇ ਬਣਨਾ ਪਵੇਗਾ, ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਉਣਾ ਪਵੇਗਾ, ਗੁਰੂ ਕੀ ਸਿੱਖਿਆ ਦੇ ਵਿੱਚ ਆਉਣਾ ਪਵੇਗਾ। ਗੱਲੀ ਬਾਤੀ ਤੇ ਨਹੀਂ ਨਾ ਗੁਰੂ ਕੀ ਕਿਰਪਾ ਪ੍ਰਾਪਤ ਹੋ ਸਕਦੀ। ਆਸਾ ਕੀ ਵਾਰ ਦੀ ਸਮਾਪਤੀ ਤੇ ਭਾਈ ਸਾਹਿਬ ਹੋਣਾ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਸਵਈਆਂ ਵਿੱਚੋਂ ਬਚਨ ਸੁਣਾਇਆ। ਪੂਸ਼ਤ ਪਥਕ ਤੇ ਮਾਰਗ ਨ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। पूषित है वैद खात औषध न संजम से, कैसे मिटे रोग सुख सहज समाई है। पूषित सुहागण है कर्म दुहागण के, हृदय बेविचार कत सहजा बुलाई है। गाये सुने आखे मीचे पाइए ना परम पाद, गोरे उपदेश गह जौलो ना कमाई है। भी बंदा सारी जिंदगी राह ही पुछी जावे। पूषित पथक, पथक कहंदे पथ राह नूं, रस्ते सड़क नूं राह पुछ लावे, पर कदम एक ना पुटे, तुरे ना, अपने टिकाणे ते नहीं पहुंच सकता, मंजिल ते नहीं पहुंच सकता। पूषित पथक ते मार्ग ना धारे पग, उस रस्ते उत्ते पैर नहीं धारण करता, कदम नहीं अगे चलता। प्रीतम के देश कैसे बातन के जाइए, अपने प्यारे प्रीतम दे देश दे विच किवें गल्लां बातां नाल चले जावेगा। कदम पुटना पवेगा, अगे मंजिल वाले तुरना पवेगा, वधना पवेगा, फिर जा सकदा। गल्लां दे नाल ते नहीं जावेगा, तुरना पवेगा। दूजा बचन भाई साहब जी ने आख्या, पूछत है वैद, वैद नूं पुछ लिया, दवाई भी लै लई, उन्हें दस भी दिता भी 2 समय या 3 टाइम खावी दवा, ते नाल आ परहेज भी रखी, खट्टी तली चीज नहीं खानी। पर इन्हें समय नाल ना दवाई वरती ना परहेज रखिया, सगों ने आख्या सी तली चीज ना खावी, ये छड्डदा ही तली कोई नहीं, सब कुछ खट्टी तली खाई जाता। पूषित है वैद खात औषध ना संजम से, कैसे मिटे रोग सुख सहज समाइए। किवें रोग मिटेगा, किवें सुखपूर्वक सहज अवस्था दे विच इहदी समाई होवेगी। फिर तीसरा बचन भाई साहब ने कीता, पूषित सुहागण है कर्म दुहागण के। सुहागण दे कोलों पुछता लिया भी सुहागवंती वाले किहड़े गुण हुंदे आ, सुहागण दियां की निशानियां, की चिन्ह, किहड़े गुण। पर आप सुहागण वाले गुण धारण ही ना कीते, कर्म दुहागणा वाले ही कीते, छुटणा वाले ही कीते। पूषित सुहागण है कर्म दुहागण के, हृदय बेविचार कत सहजा बुलाई है। हृदय विच बेविचार है, विकार है, पाप है, ते पति दी खुशी किवें हासिल होवेगी। इसे तरह ही परमात्मा पति दी खुशी किवें हासिल होवेगी। ये 3 बचन करके फिर आखिया, कलियां अखां मीटण नाल गल नहीं बननी, कला गाउणा ते सुनना अपने थां ते महान है, गाउणा भी सुनना भी महान है। पर उन्ना चिर गाउणा सुनना ते अखां मीट के बैठना सफल नहीं होना जिन्ना चिर गुरु के शब्द नूं, गुरु के उपदेश नूं आपना धारण कीता। वो कला गाउणा ही गाउणा है, कला सुनना ही रह गया, फिर कला अखां मीट के बैठना ही वो रह गया जिन्ना चिर वो उपदेश गुरु का अपने हृदय विच ना धारण कीता। 3 बचन कीते फिर आख्या, गाए सुनै आखै मीचै पाइए ना परम पद। परम पद की प्राप्ति नहीं होंदी है, वाह 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 तो हो ही सकती है कि बहुत सोहना, क्या खूब गावता है, ते सुनदा भी कहंदे क्या खूब है, बहुत सोहना सुनदा है। अखां मीट के समाधि ला के बैठता है। पर भाई साहब कहंदे, गाए सुनै आखै मीचै पाइए ना परम पद।
ਗੋਰੇ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਿੰਨਾ ਚਿਰ ਗੁਰੂ ਕੇ ਉਪਦੇਸ਼ ਨੂੰ ਗ੍ਰਹਿਣ ਕਰਕੇ ਕਮਾਈ ਨਹੀਂ ਕਰਦਾ, ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹੇ ਜਗਿਆਸੂ ਸਿੱਖ, ਸ਼ਾਂਤੀ ਪ੍ਰਾਪਤ ਕਰਨ ਵਾਸਤੇ, ਪ੍ਰਭੂ ਦੀ ਪ੍ਰਾਪਤੀ ਕਰਨ ਵਾਸਤੇ, ਵਾਹਿਗੁਰੂ 100 ਦੀ ਕਿਰਪਾ ਲੈਣ ਵਾਸਤੇ ਪਹਿਲਾਂ ਗੁਰੂ ਦੀ ਕਿਰਪਾ ਲੈਣੀ ਪੈਣੀ ਹੈ। ਗੁਰ ਪ੍ਰਸਾਦੀ ਹਰ ਧਿਆਈਐ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਦੁਆਰਾ ਵਾਹਿਗੁਰੂ ਨੂੰ ਧਿਆਉਣਾ ਕਰੀਏ, ਹਰੀ ਨੂੰ ਧਿਆਉਣਾ ਕਰੀਏ। ਤੇ ਗੁਰੂ ਸਾਹਿਬ ਦੀ ਕਿਰਪਾ ਤਾਂ ਹੀ ਹੋਵੇਗੀ ਜੇ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਚੱਲਾਂਗੇ। ਕਿਉਂਕਿ ਮਹਾਰਾਜ ਨੇ ਕਹਿ ਦਿੱਤਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹੀ ਗੁਰੂ ਦਾ ਸਿੱਖ ਹੈ, ਉਹੀ ਸਖਾ ਪਿਆਰਾ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ। ਜਿਹੜਾ ਆਪਣੇ ਭਾਣੇ ਆਪਣੀ ਮਰਜ਼ੀ ਵਿੱਚ ਚੱਲਦਾ ਹੈ, ਉਹ ਗੁਰੂ ਸਾਹਿਬ ਤੋਂ ਵਿਛੜ ਜਾਂਦਾ। ਉਹਨੂੰ ਲੋਕ ਵਿੱਚ ਵੀ ਚੋਟਾਂ ਸੱਟਾਂ ਖਾਣੀਆਂ ਪੈਂਦੀਆਂ, ਪਰਲੋਕ ਵਿੱਚ ਵੀ ਖਾਣੀਆਂ ਪੈਂਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ ਹਰੀ ਨੂੰ ਧਿਆਉਣਾ ਕਰੀਏ। ਅੰਤਰ ਰੱਖੀਐ ਔਰ ਧਾਰ। ਤੇ ਆਪਣੇ ਅੰਤਰ ਵੀ, ਹਿਰਦੇ ਵਿੱਚ ਅੰਤਰਾਤਮੇ ਵੀ ਰੱਖਣਾ ਕਰੀਏ, ਔਰ ਹਿਰਦੇ ਦੇ ਵਿੱਚ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ, ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵੀ ਵਸਾ ਕਰਕੇ ਰੱਖੀਏ। ਨੇਤਰਾਂ ਨਾਲ ਵੀ ਗੁਰੂ ਦਾ ਦਰਸ਼ਨ ਕਰੀਏ, ਕੰਨਾਂ ਨਾਲ ਵੀ ਗੁਰੂ ਕੇ ਨਾਮ ਨੂੰ ਸੁਣੀਏ, ਰਸਨਾ ਨਾਲ ਵੀ ਜਪੀਏ ਤੇ ਹਿਰਦੇ ਦੁਆਰਾ ਵੀ ਧਿਆਈਏ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਫੇਰ ਗੁਰੂ ਕੀ ਕਿਰਪਾ ਹੋਵੇਗੀ। ਸਤਿਗੁਰ ਸੇਤੀ ਰਤਿਆ, ਜਦੋਂ ਰੰਗਿਆ ਗਿਆ ਸਤਿਗੁਰੂ ਜੀ ਦੇ ਨਾਲ, ਜਦੋਂ ਪ੍ਰੇਮ ਲੱਗਾ ਗੁਰੂ ਸਾਹਿਬ ਜੀ ਦੇ ਨਾਲ, ਦਰਗਹਿ ਪਾਈਐ ਠਾਉ, ਫਿਰ ਦਰਗਾਹ ਵਿੱਚ ਥਾਂ ਮਿਲੇਗੀ। ਅੰਤਰ ਰੱਖੀਐ ਔਰ ਧਾਰ, ਆਪਣੇ ਅੰਦਰ ਔਰ ਹਿਰਦੇ ਦੇ ਵਿੱਚ ਧਾਰ ਕੇ ਵਸਾ ਕਰਕੇ ਗੁਰੂ ਕੇ ਨਾਮ ਨੂੰ ਰੱਖੀਏ। ਨਾਨਕ ਘਰ ਬੈਠਿਆ ਸਭ ਪਾਇਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨਾਂ ਨੇ ਫਿਰ, ਜਿਨ੍ਹਾਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਸਾ ਲਿਆ ਨਾ, ਫਿਰ ਉਹਨਾਂ ਨੇ ਘਰੇ ਬੈਠਿਆਂ ਹੀ 100 ਪਾ ਲਿਆ। 100 ਪ੍ਰਮਾਤਮਾ ਪਤੀ ਉਹਨਾਂ ਨੇ ਪਾ ਲਿਆ, ਪ੍ਰਾਪਤ ਕਰ ਲਿਆ ਘਰੇ ਬੈਠਿਆਂ ਹੀ। ਘਰੇ ਬੈਠਣ ਤੋਂ ਭਾਵ ਇਹ ਹੈ ਕਿ ਆਪਣੇ ਘਰ ਦੇ ਕੰਮਕਾਰ ਕਰਦਿਆਂ ਹੀ, ਪਰਿਵਾਰ ਵਿੱਚ ਰਹਿੰਦਿਆਂ, ਧੰਦਾ ਕਰਦਿਆਂ ਹੀ ਜਿਹੜੇ ਧਰਮ ਨਾਲ ਜੁੜੇ ਹੋਏ ਆ, ਕਾਰੋਬਾਰ ਕਰਦਿਆਂ ਜੋ ਨਿਰੰਕਾਰ ਦੇ ਨਾਲ ਜੁੜੇ ਹੋਏ ਆ, ਗੁਰੂ ਕੇ ਉਪਦੇਸ਼ ਦੇ ਧਾਰਨੀ ਹਨ, ਗੁਰੂ ਕੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਹੈ, ਉਹਨਾਂ ਫਿਰ ਘਰੇ ਰਹਿ ਕੇ, ਗ੍ਰਸਥ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਲੇਪ ਰਹਿ ਕਰਕੇ 100 ਨੂੰ ਪਾ ਲਿਆ, ਪਰਮਾਤਮਾ ਨੂੰ ਪਾ ਲਿਆ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਸਾਇਆ ਉਹ ਜੁੜ ਗਏ। ਕਿਉਂਕਿ ਮਹਾਰਾਜ ਕਹਿੰਦੇ ਪ੍ਰਭੂ ਦੀ ਪ੍ਰਾਪਤੀ ਵਾਸਤੇ, ਵਾਹਿਗੁਰੂ ਨਾਲ ਜੁੜਨ ਵਾਸਤੇ ਜ਼ਰੂਰੀ ਨਹੀਂ ਵੀ ਘਰ ਛੱਡ ਕੇ ਬਾਹਰ ਜਾਣਾ ਹੀ ਪਵੇਗਾ। ਔਗਣ ਛੱਡਣੇ ਪੈਣਗੇ, ਵਿਕਾਰ ਛੱਡਣੇ ਪੈਣਗੇ, ਪਾਪ ਛੱਡਣੇ ਪੈਣਗੇ, ਫਿਰ ਘਰ ਬੈਠਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, 100 ਦੀ ਪ੍ਰਾਪਤੀ ਹੋ ਜਾਵੇ। ਗ੍ਰਸਥ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਪਰ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਧਾਰਨ ਜਿਨ੍ਹਾਂ ਨੇ ਕੀਤਾ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਪਰ ਕੱਲੀਆਂ ਗੱਲਾਂ ਨਾਲ ਨਹੀਂ, ਨਾਲ ਕਹਿ ਦਿੱਤਾ ਵੀ ਸਤਿਗੁਰ ਕੈ ਉਪਦੇਸ਼। ਸਤਿਗੁਰੂ ਜੀ ਦੇ ਉਪਦੇਸ਼ ਦੇ ਧਾਰਨੀ ਹੋ ਕਰਕੇ ਪ੍ਰਾਪਤੀ ਹੋ ਸਕਦੀ, ਗੱਲੀ ਬਾਤੀ ਨਹੀਂ। ਜਿਵੇਂ ਸਿੱਧਾਂ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਗੋਸ਼ਟੀ ਹੋਈ, ਜੋ ਪਿਛਲੀ ਬਾਣੀ ਸਿੱਧ ਗੋਸ਼ਟ ਬਾਣੀ ਦੀ ਸੰਪੂਰਨਤਾ ਹੀ ਹੋਈ ਹੈ। ਤੇ ਸਿੱਧਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਸਿੱਧੋ ਸਿਰਫ ਗੱਲਾਂ ਨਾਲ ਨਹੀਂ ਜੁੜਿਆ ਜਾਂਦਾ ਪਰਮਾਤਮਾ ਦੇ ਨਾਲ। ਉਸ ਪਰਮਾਤਮਾ ਨੂੰ ਸਾਰੇ ਸਰਬ ਵਿਆਪਕ ਵੇਖੇ, ਸਾਰਿਆਂ ਨੂੰ ਬਰਾਬਰ ਤੱਕੇ। ਉਹ ਜੋਗੀ ਹੈ ਜੋ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਦਾ।
ਖਫਣੀ ਪਾਉਣ ਨਾਲ ਹੀ ਜੋਗੀ ਨਹੀਂ ਬਣਿਆ ਜਾਵੇਗਾ, ਕੰਨ ਪੜਵਾ ਕੇ ਮੁੰਦਰਾਂ ਪਾਉਣ ਨਾਲ ਹੀ ਜੋਗੀ ਨਹੀਂ ਬਣਿਆ ਜਾਵੇਗਾ, ਪਿੰਡੇ ਤੇ ਸਵਾਹ ਮਲ ਕੇ ਜੋਗੀ ਨਹੀਂ ਬਣਿਆ ਜਾਵੇਗਾ, ਬੀਣ ਵਜਾ ਕੇ ਜੋਗੀ ਨਹੀਂ ਬਣਿਆ ਜਾਵੇਗਾ। ਜੋਗੀ ਤੇ ਵਾਹਿਗੁਰੂ ਨਾਲ ਜੁੜ ਕੇ ਬਣਿਆ ਜਾਂਦਾ, ਗੱਲਾਂ ਕਰਨ ਨਾਲ ਸਿੱਧੋ ਜੋਗੀ ਨਹੀਂ ਬਣਿਆ ਜਾਂਦਾ। ਆਪ ਜੀ ਨੇ ਆਖਿਆ ਸੀ ਸੂਹੀ ਰਾਗ ਦੇ ਵਿੱਚ, ਗੱਲੀ ਜੋਗ ਨਾ ਹੋਈ, 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 ਗੱਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ, ਜੋਗੀ ਕਹੀਐ ਸੋਈ। ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ, ਜੋਗੀ ਕਹੀਐ ਸੋਈ। ਮਹਾਰਾਜ ਕਹਿੰਦੇ ਗੱਲਾਂ ਨਾਲ ਤੇ ਨਹੀਂ ਜੋਗੀ ਬਣਿਆ ਜਾਣਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਏਵ ਪਾਈਐ। ਅੰਜਨ ਮਾਹੇ ਰਹੀਏ ਮਾਇਆ ਦੇ ਵਿੱਚ, ਪਰ ਮਾਇਆ ਦੇ ਵਿੱਚ ਰਹਿ ਕੇ ਉਹਦੇ ਨਾਲ ਜੁੜੀਏ ਜਿਹਦੇ ਉੱਤੇ ਮਾਇਆ ਦਾ ਅਸਰ ਹੀ ਕੋਈ ਨਹੀਂ, ਜੋ ਮਾਇਆ ਕਾਲਕ ਤੋਂ ਰਹਿਤ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਹੈ ਨਾ। ਮਾਇਆ ਵਿੱਚ ਰਹਿ ਕੇ ਤੇ ਮਾਇਆ ਤੋਂ ਨਿਰਲੇਪ ਨਾਲ ਜੁੜ ਜਾਈਏ। ਅੰਜਨ ਮਾਹੇ ਨਿਰੰਜਨ ਰਹੀਏ, ਮਾਇਆ ਵਿੱਚ ਰਹਿ ਕੇ ਮਾਇਆ ਦੀ ਕਾਲਕ ਤੋਂ ਰਹਿਤ ਰਹੀਏ। ਜੋਗ ਜੁਗਤ ਇਹ ਪਾਈਏ, ਜੋਗ ਦੀ ਜੁਗਤੀ ਹੈ, ਜੁੜਨ ਦੀ ਜੁਗਤੀ ਇਸ ਤਰ੍ਹਾਂ ਪਾਈ ਦੀ ਹੈ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਐ ਸੋਈ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ ਦੇ ਸੰਤਰ ਭਵਿਐ, ਜੋਗ ਨਾ ਤੀਰਥ ਨਹਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈਐ। ਮਹਾਰਾਜ ਕਹਿੰਦੇ ਨਾਨਕ ਘਰ ਬੈਠਿਆ ਸਹੁ ਪਾਇਆ। ਇਹ ਗੁਰਸਿੱਖੋ, ਉਹਨਾਂ ਨੇ ਘਰ ਵਿੱਚ ਬੈਠਿਆ ਹੋਏ ਆ, ਧੰਦਾ ਕਰਦਿਆਂ ਹੋਏ ਆ, ਕਾਰੋਬਾਰ ਕਰਦਿਆਂ ਹੋਏ ਆ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਨ੍ਹਾਂ ਨੇ ਚਿੱਤ ਨਿਰੰਜਨ ਨਾਲ ਜੋੜਿਆ, ਉਹਨਾਂ ਨੇ ਗ੍ਰਸਥ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ। ਕਿਰਪਾ ਕੀਤੀ ਕਰਤਾਰ, ਪਰ ਕਦੋਂ ਪਾਇਆ? ਜਦੋਂ ਕਿਰਪਾ ਕੀਤੀ ਕਰਤਾਰ ਨੇ, ਜਿਸ ਦੇ ਹੱਥ ਵਿੱਚ ਸਾਰੇ ਜੀਵ ਦੀਆਂ ਤਾਰਾਂ, ਸਵਾਸਾਂ ਦੀ ਤਾਰ, ਰੋਜੀ ਰੋਟੀ ਦੀ ਤਾਰ, ਜਨਮ ਮਰਨ ਦੀ ਤਾਰ, ਸਾਰੀਆਂ ਤਾਰਾਂ ਜਿਸ ਕਰਤਾਰ ਦੇ ਹੱਥ ਵਿੱਚ, ਜਦੋਂ ਉਸ ਕਰਤਾਰ ਨੇ ਕਿਰਪਾ ਕੀਤੀ, ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੋਈ। ਮਹੱਲਾ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਵਿੱਚ ਹੋਰ ਬਖਸ਼ਿਸ਼ ਕਰਦੇ ਹਨ। ਬੰਦਾ ਧਾਵਤ ਦਿਨ ਗਿਆ। ਮਹਾਰਾਜ ਕਹਿੰਦੇ ਕਿ ਮਨਮੁਖ ਜੀਵ ਦੀ ਐਸੀ ਹਾਲਤ ਹੈ ਜੋ ਨਾਮ ਨਹੀਂ ਜਪਦਾ, ਧਰਮ ਨਹੀਂ ਗ੍ਰਹਿਣ ਕਰਦਾ, ਧੰਦੇ ਵਿੱਚ ਹੀ ਦੌੜਦਾ ਰਹਿੰਦਾ। ਤੇ ਧੰਦੇ ਵਿੱਚ ਧਾਵਤ ਨਾਮ ਹੈ ਭੱਜਣ ਦਾ, ਦੌੜਨ ਦਾ। ਧੰਦੇ ਵਿੱਚ ਹੀ ਦੌੜਦਿਆਂ ਦੌੜਦਿਆਂ ਸਾਰਾ ਦਿਨ ਚਲੇ ਗਿਆ, ਦਿਨ ਧੰਦੇ ਵਿੱਚ ਹੀ ਲੰਘ ਗਿਆ। ਰੈਣ ਗਵਾਈ ਸੋਏ, ਤੇ ਰਾਤ ਵੀ ਗਵਾ ਦਿੱਤੀ ਸੌਂ ਕੇ। ਦਿਨੇ ਧੰਦੇ ਵਿੱਚ ਸਾਰਾ ਦਿਨ ਲਗਾ ਦਿੱਤਾ, ਦਿਨੇ ਵੀ ਸਿਮਰਨ ਭਜਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਸੇਵਾ ਸਿਮਰਨ ਨਹੀਂ ਕੀਤਾ ਦਿਨ ਦੇ ਵਿੱਚ ਵੀ।
ਦਿਨ ਸਾਰਾ ਧੰਦੇ ਵਿੱਚ ਲੰਘ ਗਿਆ ਤੇ ਰਾਤ ਵੀ ਨਹੀਂ ਸਿਮਰਨ ਭਜਨ ਕੀਤਾ। ਰੈਣ ਗਵਾਈ ਸੋਏ, ਰਾਤ ਗਵਾ ਦਿੱਤੀ ਸੌਂ ਕੇ। ਕੂੜ ਬੋਲ ਬਿਖ ਖਾਇਆ, ਫਿਰ ਕੂੜ ਬੋਲਦਾ ਰਿਹਾ, ਝੂਠ ਬੋਲਦਾ ਰਿਹਾ। ਝੂਠ ਬੋਲ ਬੋਲ ਕੇ ਇਹ ਝੂਠ ਬੋਲਣ ਰੂਪੀ ਇਹਨੇ ਜ਼ਹਿਰ ਖਾਦਾ, ਬਿਖ ਖਾਇਆ, ਜ਼ਹਿਰ ਖਾਦਾ। ਕੂੜ ਬੋਲ, ਝੂਠ ਬੋਲ ਕਰਕੇ ਬਿਖ ਖਾਇਆ ਕਿ ਮਾਇਆ ਨੂੰ ਖਾਦਾ। ਵੀ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਕਹਿੰਦਾ ਵੀ ਝੂਠ ਬੋਲ ਕੇ ਜਿਆਦੀ ਮਿਲਦੀ, ਇਸ ਕਰਕੇ ਝੂਠ ਬੋਲ ਗਏ। ਝੂਠ ਬੋਲ ਬੋਲ ਕੇ ਮਾਇਆ ਇਕੱਠੀ ਕੀਤੀ, ਬੇਈਮਾਨੀ, ਚੋਰੀ, ਠੱਗੀ, ਤੇ ਉਹ ਵੇਖਣ ਨੂੰ ਉਹ ਜ਼ਹਿਰ ਹੀ ਇਕੱਠਾ ਕੀਤਾ ਜੋ ਇਹਨੇ ਝੂਠ ਬੋਲ ਕੇ ਝੂਠਾ ਕੂੜਾ ਪਦਾਰਥ ਇਕੱਠਾ ਕੀਤਾ। ਉਹ ਜਾਣੋ ਕਿ ਇਸਨੇ ਜ਼ਹਿਰ ਖਾਧੀ ਹੈ, ਮਾਇਆ ਰੂਪੀ ਜ਼ਹਿਰ ਨੂੰ ਖਾਧਾ ਹੈ। ਮਨਮੁਖ ਚੱਲਿਆ ਰੋਏ, ਮਾਰੇ ਕਹਿੰਦੇ ਮਨਮੁਖ ਦੀ ਦਸ਼ਾ ਹੈ, ਇਹ ਮਨਮੁਖ ਦੀ ਹਾਲਤ ਹੈ, ਇਹ ਮਨਮੁਖ ਦੀ ਅਵਸਥਾ ਹੈ। ਮਨਮੁਖ ਫਿਰ ਚੱਲਿਆ ਸੰਸਾਰ ਤੋਂ, ਤੇ ਕਿਵੇਂ ਚੱਲਿਆ? ਰੋਏ, ਰੋਂਦਾ ਹੋਇਆ ਚੱਲਿਆ, ਕਿਉਂਕਿ ਕੰਮ ਹੀ ਐਸੇ ਕੀਤੇ ਜਿਹਦੇ ਕਰਕੇ ਰੋਣਾ ਪਿਆ। ਇੱਥੇ ਵੀ ਰੋਂਦਾ ਰਿਹਾ, ਤੇ ਜਦੋਂ ਅੱਗੇ ਚੱਲਿਆ ਜਮਦੂਤ ਫੜ ਕੇ ਲੈ ਕੇ ਗਏ, ਧਰਮ ਰਾਜਾ ਦੇ ਪੇਸ਼ ਕਰਨਾ ਹੈ ਉਹਦੀ ਕਚਹਿਰੀ ਦੇ ਵਿੱਚ। ਉੱਥੋਂ ਫਿਰ ਨਰਕਾਂ ਵਿੱਚ ਸੁੱਟਿਆ ਜਾਵੇਗਾ, ਜੂਨਾਂ ਨੂੰ ਜਾਵੇਗਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਐਸੀ ਹਾਲਤ ਹੋ ਗਈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਇਹ ਝੂਠ ਬੋਲ ਬੋਲ ਕੇ ਮੁਰਦਾਰ ਹੀ ਖਾਂਦਾ ਰਿਹਾ, ਤੇ ਦਿਨ ਧੰਦੇ ਵਿੱਚ ਸਾਰਾ ਲੰਘਾ ਦਿੱਤਾ, ਰਾਤ ਸੌਂ ਕੇ ਲੰਘਾ ਦਿੱਤੀ। ਸਾਰੀ ਜ਼ਿੰਦਗੀ ਦੇ ਵਿੱਚ ਸਿਮਰਨ ਭਜਨ ਕੀਤਾ ਹੀ ਨਹੀਂ ਜਿਸ ਵਾਸਤੇ ਆਇਆ ਸੀ। ਆਇਆ ਤੇ ਐਸੀ ਨਾ ਨਾਮ ਜਪਣ ਵਾਸਤੇ, ਬਾਣੀ ਪੜਨ ਵਾਸਤੇ ਆਇਓ। ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਤੇ ਹਾਲਤ ਐਸੀ ਹੋ ਗਈ। ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ। ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ। ਜਨਮ ਤੇ ਹੀਰੇ ਵਰਗਾ ਹੈ, ਪਰ ਵੱਟੇ ਕੌਡੀਆਂ ਦੇ ਜਾ ਰਿਹਾ ਹੈ, ਬਦਲੇ ਕੌਡੀਆਂ ਦੇ ਜਾ ਰਿਹਾ ਹੈ। ਮਾਇਆ ਰੂਪੀ ਕੌਡੀ ਨੂੰ ਇਕੱਠੇ ਕਰਦਿਆਂ ਕਰਦਿਆਂ ਅਮੋਲਕ ਹੀਰੇ ਵਰਗੇ ਸਵਾਸ ਜਿਹੜੇ ਆ ਉਹ ਐਵੇਂ ਅਜਾਈ ਜਾ ਰਹੇ ਹਨ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਮਨਮੁਖ ਦੀ ਹਾਲਤ ਹੋਈ, ਫਿਰ ਰੋਂਦਾ ਹੋਇਆ ਪਰਲੋਕ ਨੂੰ ਗਿਆ ਹੈ। ਤੇਰੇ ਉੱਪਰ ਜਮ ਡੰਡ ਹੈ। ਫਿਰ ਅਗਲੇ ਪਾਸੇ ਕੀ ਹੋਇਆ? ਸਿਰ ਦੇ ਉੱਤੇ ਜਮਾਂ ਦਾ ਡੰਡਾ ਹੈ। ਜਮਦੂਤ ਡੰਡਾ ਮਾਰਦੇ ਸਿਰ ਤੇ ਲੈ ਕੇ ਜਾ ਰਹੇ ਹਨ। ਦੂਜੇ ਭਾਏ ਪਤ ਖੋਏ, ਕਿਉਂਕਿ ਪ੍ਰਮਾਤਮਾ ਦਾ ਭਾਏ ਪ੍ਰੇਮ ਛੱਡ ਕੇ ਦੂਜੇ ਪਾਸੇ ਹੀ ਪ੍ਰੇਮ ਲਾ ਛੱਡਿਆ। ਪਰਿਵਾਰ ਦੇ ਵਿੱਚ, ਪਦਾਰਥਾਂ ਦੇ ਵਿੱਚ, ਦੁਐਤ ਭਾਅ ਦੇ ਵਿੱਚ ਦੂਜੇ ਪਾਸੇ ਹੀ ਇਹਨੇ ਪ੍ਰੇਮ ਲਾ ਛੱਡਿਆ। ਇਸ ਕਰਕੇ ਪੱਤ ਖੋਏ, ਮਨਮੁਖ ਨੇ ਆਪਣੀ ਪੱਤ ਨਾਸ ਕਰ ਲਈ, ਇੱਜ਼ਤ ਗਵਾ ਲਈ। ਹਰ ਨਾਮ ਕਦੇ ਨਾ ਚੇਤਿਓ, ਹਰੀ ਪਰਮੇਸ਼ਰ ਦਾ ਨਾਮ ਕਦੇ ਵੀ ਚੇਤੇ ਨਹੀਂ ਕੀਤਾ। ਤੇਰੇ ਆਵਣ ਜਾਣਾ ਹੋਏ। ਇਸ ਕਰਕੇ ਫਿਰ ਦੁਬਾਰਾ ਆਉਣਾ ਜਾਣਾ ਹੁੰਦਾ ਹੈ। ਮਨਮੁਖ ਦਾ ਜਨਮ ਲੈ ਕੇ ਆਉਂਦਾ ਹੈ, ਮਰ ਕੇ ਜਾਂਦਾ ਹੈ। ਇਹ ਆਵਾਗਾਉਣ ਦੇ ਵਿੱਚ ਪਿਆ ਰਹਿੰਦਾ 84 ਲੱਖ ਜੂਨਾਂ ਦੇ ਗੇੜੇ ਵਿੱਚ। ਪਰ ਸਾਦੀ ਹਰ ਮਨ ਵਸੈ। ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਵਸਦੇ, ਉਹਨਾਂ ਦਾ ਨਾਮ ਵਸਦਾ ਹੈ। ਨਾਮ ਡੰਡ ਨਾ ਲਾਗੈ ਕੋਏ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਵਾਸਾ ਹੁੰਦਾ ਹੈ
ਉਹਨਾਂ ਨੂੰ ਜਮਾਂ ਦਾ ਡੰਡ ਨਹੀਂ ਲੱਗਦਾ, ਜਮਾਂ ਦਾ ਟੈਕਸ ਨਹੀਂ ਲੱਗਦਾ, ਜਮਾਂ ਦਾ ਡੰਡਾ ਨਹੀਂ ਲੱਗਦਾ ਹੈ। ਨਾਨਕ ਸਹਿਜੇ ਮਿਲ ਰਹਿ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹ ਸਹਿਜੇ ਮਿਲ ਰਹੇ ਪ੍ਰਮਾਤਮਾ ਦੇ ਨਾਲ। ਗੁਰੂ ਕਾ ਸਹਿਜੇ ਗਿਆਨ ਲੈ ਕਰਕੇ ਉਹ ਵਾਹਿਗੁਰੂ ਜੀ ਦੇ ਨਾਲ ਮਿਲ ਰਹੇ ਹਨ। ਕਰਮ ਪ੍ਰਾਪਤ ਹੋਏ। ਜਿਨ੍ਹਾਂ ਨੂੰ ਗੁਰੂ ਕੀ ਕਰਮ ਬਖਸ਼ਿਸ਼ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਗੁਰੂ ਕੀ ਕਿਰਪਾ ਨਾਲ ਕਰਮ ਨਿਸ਼ਕਾਮ ਕਰਮ ਕਰਨੇ ਪ੍ਰਾਪਤ ਹੋਏ ਹਨ। ਪੌੜੀ ਦੇ ਵਿੱਚ ਵੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪਣੀ ਸਿਫਤੀ ਲਾਏ ਹਨ। ਇਕਨਾਂ ਨੂੰ ਪ੍ਰਭੂ ਨੇ ਆਪਣੀ ਸਿਫਤ ਕਰਨ ਵਿੱਚ ਲਾ ਦਿੱਤਾ ਹੈ। ਸਤਿਗੁਰ ਮਤੀ ਦੇ ਸਤਿਗੁਰ ਮੱਤੀ। ਮਹਾਰਾਜ ਸਾਹਿਬ ਜੀ ਨੇ ਸਤਿਗੁਰੂ ਜੀ ਨੇ ਮੱਤੀ ਆਪਣੀ ਮੱਤ ਦੇ ਦਿੱਤੀ ਉਹਨਾਂ ਨੂੰ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਮੱਤ ਦੇ ਦਿੱਤੀ ਨਾ, ਆਪਣੀ ਸਿੱਖਿਆ ਦੇ ਦਿੱਤੀ ਹੈ, ਉਹਨਾਂ ਨੂੰ ਫਿਰ ਪ੍ਰਭੂ ਨੇ ਆਪਣੀ ਸਿਫਤ ਕਰਨ ਵਿੱਚ ਲਾ ਦਿੱਤਾ ਵੀ ਤੁਸੀਂ ਸਾਡੀ ਸਿਫਤ ਕਰੀ ਜਾਓ। ਤੇ ਜਿਸ ਨੂੰ ਵਾਹਿਗੁਰੂ ਜੀ ਦੀ ਸਿਫਤ ਮਿਲ ਜਾਵੇ, ਸਿਫਤ ਕਰਨੀ ਸਿਫਤ ਸੁਣਨੀ, ਉਹ ਸਾਧ ਸੰਗਤ ਜੀ ਸਭ ਤੋਂ ਵੱਡਾ ਹੋ ਜਾਂਦਾ ਹੈ। ਉਹ ਪਾਤਸ਼ਾਹ ਦਾ ਵੀ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਤੋ ਇਸ ਕਰਕੇ ਭਾਗਾਂ ਵਾਲਿਆਂ ਨੂੰ ਪ੍ਰਮਾਤਮਾ ਦੀ ਸਿਫਤ ਕਰਨੀ ਮਿਲਦੀ ਹੈ ਤੇ ਭਾਗਾਂ ਵਾਲਿਆਂ ਨੂੰ ਹੀ ਸਿਫਤ ਸੁਣਨੀ ਮਿਲਦੀ ਹੈ। ਇਕਨਾਂ ਨੂੰ ਜਿਨ੍ਹਾਂ ਨੂੰ ਆਪਣੀ ਸਿਫਤ ਵਿੱਚ ਲਾ ਦਿੱਤਾ ਹੈ, ਕਿਹਨਾਂ ਨੂੰ ਲਾਇਆ? ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਮੱਤ ਦਿੱਤੀ ਹੈ, ਆਪਣੀ ਗੁਰਮਤ ਬਖਸ਼ਿਸ਼ ਕੀਤੀ ਹੈ। ਇਕਨਾਂ ਗੁਰਮੁਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣਾ ਨਾਮ ਬਖਸ਼ ਦਿੱਤਾ ਹੈ। ਅਸਥਿਰ ਹਰਿ ਸਤੀ, ਜੋ ਅਸਥਿਰ ਸਦਾ ਰਹਿਣ ਵਾਲਾ ਹਰੀ ਹੈ ਨਾ, ਸਤੀ ਸਤਵਾਦੀ ਪ੍ਰਮਾਤਮਾ, ਉਸ ਨੇ ਵਾਹਿਗੁਰੂ ਜੀ ਨੇ ਆਪਣਾ ਇਕਨਾਂ ਨੂੰ ਬਹੁਤਿਆਂ ਨੂੰ ਨਾਮ ਬਖਸ਼ ਦਿੱਤਾ ਹੈ ਆਪਣਾ, ਵੀ ਤੁਸੀਂ ਸਾਡਾ ਨਾਮ ਜਪਦੇ ਰਹੋ। ਤੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਵੇ ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਨਾਮ ਹੀ ਸਭ ਤੋਂ ਵੱਡਾ ਹੈ। ਨਾਮ ਦੇ ਬਰਾਬਰ ਦੁਨੀਆ ਦਾ ਕੋਈ ਖਜ਼ਾਨਾ ਹੈ ਹੀ ਨਹੀਂ। ਧਾਰਮਿਕ ਮੰਡਲ ਦੇ ਵਿੱਚ ਵੀ ਕੋਈ ਸਾਧਨ ਹੋਰ ਨਹੀਂ ਹੈ ਨਾਮ ਦੇ ਬਰਾਬਰ। ਨਾਮ ਸਭ ਤੋਂ ਵੱਡਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਉੱਚਾ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਪਰਮਾਤਮਾ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ। ਪਰ ਉਸ ਪਰਮਾਤਮਾ ਨੇ ਵੀ ਆਖਿਆ ਵੀ ਮੇਰਾ ਨਾਮ ਮੇਰੇ ਤੋਂ ਵੀ ਵੱਡਾ ਹੈ, ਮੇਰਾ ਨਾਮ ਮੇਰੇ ਤੋਂ ਵੀ ਉੱਚਾ ਹੈ। ਕਿਉਂਕਿ ਪ੍ਰਮਾਤਮਾ ਦਾ ਦਰਸ਼ਨ ਵੀ ਉਹਨੂੰ ਹੀ ਪ੍ਰਾਪਤ ਹੁੰਦਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਪ੍ਰਭੂ ਦੇ ਦੀਦਾਰ ਪਾ ਲਏ। ਉੱਚੇ ਉੱਪਰ ਉੱਚਾ ਨਾਉ, ਉੱਚੇ ਨਾਲੋਂ ਵੀ ਉੱਚਾ ਵਾਹਿਗੁਰੂ ਜੀ ਦਾ ਨਾਮ ਹੈ। ਇਕਨਾਂ ਨੂੰ ਪ੍ਰਭੂ ਜੀ ਨੇ ਆਪਣਾ ਨਾਮ ਦੇ ਦਿੱਤਾ ਹੈ। ਪਾਣੀ ਮੈਂ ਸੰਤਰ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਪੌਣ ਹਵਾ, ਪਾਣੀ ਤੇ ਅਗਨੀ ਹੁਕਮ ਕਰਹਿ ਭਗਤੀ। ਇਹ ਪ੍ਰਭੂ ਦੇ ਹੁਕਮ ਦੇ ਵਿੱਚ ਸਾਰੇ ਤੱਤ ਵੀ ਭਗਤੀ ਕਰਦੇ ਪਏ। ਇਹ ਪੌਣ ਚੱਲ ਰਹੀ ਹੈ, ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਰਹੀ ਹੈ। ਪਾਣੀ ਹੈ, ਇਹ ਵੀ ਹੁਕਮ ਦੇ ਵਿੱਚ ਹੀ ਹੈ। ਆ ਬੱਦਲ ਆਉਂਦੇ ਆ, ਮਾਰੇ ਕਹਿੰਦੇ ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾ ਹੈ। ਇਹਨਾਂ ਬੱਦਲਾਂ ਦੇ ਹੱਥ ਵਿੱਚ ਆਪਣੇ ਆਪ ਥੋੜਾ ਕੁਝ ਹੈ। ਇਹ ਵੀ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਭਗਤੀ ਕਰਦੇ ਫਿਰਦੇ ਆ। ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿੱਥੇ ਆਗਿਆ ਹੁੰਦੀ ਉੱਥੇ ਵਰਖਾ ਕਰਕੇ ਜਾਂਦੇ ਹਨ। ਜਿਹਨੇ ਉਹ ਮੇਘ ਪਠਾਇਆ ਤਿਸ ਰੱਖੋ ਮਨ ਮਾਹੇ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਇਹ ਬੱਦਲ ਵੀ ਸਿਰ ਭਾਰ ਹੋ ਕਰਕੇ ਫਿਰਦੇ ਹਨ। ਇਹ ਵੀ ਭਗਤੀ ਕਰਦੇ ਪ੍ਰਭੂ ਦੇ ਹੁਕਮ ਦੇ ਵਿੱਚ। ਪੌਣ, ਪਾਣੀ ਤੇ ਅਗਨੀ ਸਾਰੇ ਹੁਕਮ ਦੇ ਵਿੱਚ ਹੀ ਤੱਤ ਚੱਲਦੇ ਹਨ। ਇਹਨਾਂ ਸਾਰਿਆਂ ਨੂੰ ਹੀ ਵਾਹਿਗੁਰੂ ਪਰਮੇਸ਼ਰ ਦਾ ਬਹੁਤਾ ਡਰ ਹੈ। ਇਹ ਪ੍ਰਭੂ ਦੇ ਡਰ ਦੇ ਵਿੱਚ ਰਹਿੰਦੇ ਹਨ। ਪੂਰੀ ਬਣਤ ਬਣਤੀ, ਪੂਰੀ ਬਣਤ ਬਣਤੀ। ਇਹ ਪੂਰੀ ਬਣਤਰ ਜਿਹੜੀ ਹੈ ਪ੍ਰਮਾਤਮਾ ਨੇ ਬਣਾਈ ਹੋਈ ਹੈ ਸਾਰੀ ਸ੍ਰਿਸ਼ਟੀ ਦੀ, ਤੱਤਾਂ ਦੀ। ਇਹ ਸਾਰੇ ਵਾਹਿਗੁਰੂ ਜੀ ਦੀ ਆਗਿਆ ਵਿੱਚ ਹੀ ਚੱਲਦੇ ਹਨ। ਸਭ ਇੱਕੋ ਹੁਕਮ ਵਰਤਦਾ, ਸਾਰੀ ਸ੍ਰਿਸ਼ਟੀ ਦੇ ਵਿੱਚ, ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ, ਸਾਰੀ ਰਚਨਾ ਦੇ ਵਿੱਚ ਇੱਕੋ ਹੀ ਵਾਹਿਗੁਰੂ ਦਾ ਹੁਕਮ ਵਰਤਦਾ ਹੈ। ਮੰਨਿਆ ਸੁਖ ਪਾਈ। ਗੁਰਸਿੱਖੋ, ਤੁਸੀਂ ਵੀ ਸੁਖ ਤਾਂ ਹੀ ਪਾਓਗੇ ਜੇ ਉਸ ਹੁਕਮ ਨੂੰ ਮੰਨੋਗੇ ਤਾਂ। ਉਸ ਹੁਕਮ ਨੂੰ ਮੰਨਣ ਦੇ ਨਾਲ ਹੀ ਸੁਖ ਪ੍ਰਾਪਤ ਹੁੰਦਾ ਹੈ।
ਸੁਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਜਿਹੜਾ ਪ੍ਰਭੂ ਦੇ ਹੁਕਮ ਨੂੰ ਮੰਨਦਾ ਹੈ ਉਹ ਸੁਖ ਪਾਉਂਦਾ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ। ਇਸ ਕਰਕੇ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, ਅਸਚਰਜ ਹੈ ਤੂੰ ਸੱਚੇ ਪਾਤਸ਼ਾਹ, ਧੰਨ ਹੈ ਸੱਚੇ ਪਾਤਸ਼ਾਹ। ਤੂੰ ਸੱਚੇ ਨਾਏ। ਤੂੰ ਆਪ ਵੀ ਸੱਚਾ ਹੈ ਤੇ ਤੇਰੀ ਨਾਈ ਸੋਭਾ ਵੀ ਸੱਚੀ ਹੈ, ਤੇਰੀ ਮਹਿਮਾ ਵੀ ਸੱਚੀ ਹੈ। ਤੂੰ ਆਪ ਵੀ ਸੱਚਾ ਹੈ, ਤੇਰਾ ਨਾਮਣਾ ਵੀ ਸੱਚਾ ਹੈ, ਤੇਰੀ ਸੋਭਾ ਵੀ ਸੱਚੀ ਹੈ। ਸੋ ਇਹ ਤੀਸਰੀ ਪੌੜੀ ਰਾਮਕਲੀ ਦੀ ਪਹਿਲੀ ਵਾਰ ਦੀ ਸ਼ਲੋਕਾਂ ਦੇ ਸਹਿਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਸਭ ਇੱਕੋ ਹੁਕਮ ਵਰਤਦਾ, ਮੰਨਿਆ ਸੁਖ ਪਾਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।